ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਬੀਤੀ ਸ਼ਾਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਲਗਾਤਾਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਆਉਣ ਦੀਆਂ ਗੱਲਾਂ ਦੇ ਉੱਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਮਨ ਕੀ ਬਾਤ ਦੇ ਦੌਰਾਨ ਇੱਕ ਵਾਰ ਫਿਰ ਸਰਕਾਰ ਦੇ ਪ੍ਰਸਤਾਵ ਦੇ ਉੱਤੇ ਵਿਚਾਰ ਕਰਨ ਨੂੰ ਲੈ ਕੇ ਗੱਲਬਾਤ ਹੋਈ ਹੈ। ਇਸ ਮੌਕੇ ਦੇ ਉੱਤੇ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਉਸ ਪ੍ਰਸਤਾਵ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ, ਕਿਉਂਕਿ ਇਹ ਪ੍ਰਸਤਾਵ 2 ਸਾਲ ਲਈ ਹੈ। 2 ਸਾਲ ਬਾਅਦ ਫਿਰ ਕਿਸਾਨਾਂ ਦੇ ਉੱਤੇ ਉਹੀ ਖਤਰਾ ਮੰਡਰਾਉਣ ਲੱਗੇਗਾ ਜੋ ਹੁਣ ਮੰਡਰਾ ਰਿਹਾ ਹੈ। ਤੇ ਨਾਲ ਹੀ ਇਸ ਮੌਕੇ ਦੇ ਉੱਤੇ ਪੱਤਰਕਾਰਾਂ ਦੇ ਹੋਰ ਕਈ ਖਾਸ ਸਵਾਲਾਂ ਦਾ ਜਵਾਬ ਵੀ ਕਿਸਾਨ ਆਗੂਆਂ ਨੇ ਦਿੱਤਾ। ਕਿ ਕੁਝ ਖਾਸ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚ, ਸੁਣਦੇ ਹਾਂ ਖਾਸ ਗੱਲਾਂ। ਦੇਖੋ, ਜਿਹੜੀ ਪ੍ਰਪੋਜ਼ਲ ਲੈ ਕੇ ਆਇਆ ਸੀਗਾ ਉਹਦੇ ਤੋਮਰ ਖੇਤੀਬਾੜੀ ਮੰਤਰੀ, ਉਹ ਅਸੀਂ ਠੁਕਰਾ ਦਿੱਤੀ ਸੀ। ਇਸ ਕਰਕੇ ਠੁਕਰਾਈ ਸੀ ਕਿ ਜਿਵੇਂ ਕਿਸੇ ਬੰਦੇ ਨੂੰ ਫਾਂਸੀ ਲੱਗ ਜਾਂਦੀ ਆ ਨਾ, ਤਾਂ ਕੁਝ ਅਪੀਲਾਂ ਪੈ ਜਾਂਦੀਆਂ, ਪਟੀਸ਼ਨਾਂ ਪੈ ਜਾਂਦੀਆਂ, ਉਹ ਪਿੱਛੇ ਪੈ ਜਾਂਦੀ ਹੈ। ਸਾਲ ਪੈ ਗਈ, 2 ਸਾਲ ਪੈ ਗਈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਫਾਂਸੀ ਤੇ ਤਾਂ ਜ਼ਰੂਰ ਲਟਕਾਵਾਂਗੇ, ਪਰ 2 ਸਾਲਾਂ ਨੂੰ ਲਟਕਾ ਦੇਵਾਂਗੇ। ਅਸੀਂ ਇਹਨੂੰ ਪ੍ਰਪੋਜ਼ਲ ਨੂੰ ਨਾਲੀ ਨੂੰ ਇਸ ਢੰਗ ਨਾਲ ਦੇਖਦੇ ਹਾਂ ਕਿ ਅਸੀਂ ਫਾਂਸੀ ਤਾਂ ਜ਼ਰੂਰ ਲਾਉਣਾ ਹੈ, 3 ਨੂੰ ਲਾਗੂ ਤਾਂ ਕਰਨੇ ਆ, ਪਰ 1.5 ਸਾਲ ਨੂੰ ਕਰ ਦਿਆਂਗੇ। ਇਸ ਕਰਕੇ ਅਸੀਂ ਉਹਨੂੰ ਰੱਦ ਕੀਤਾ। ਉਸ ਤੋਂ ਬਾਅਦ ਉਸੇ ਦਿਨ ਤੋਮਰ ਜੀ ਨੇ ਇਹ ਵੀ ਗੱਲ ਕਹਿਤੀ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਨਹੀਂ ਹੋਊਗੀ। ਜੇ ਤੁਹਾਨੂੰ ਲੋੜ ਹੋਈ ਤਾਂ ਮੈਨੂੰ ਬੁਲਾ ਲਿਓ, ਮੈਂ 26 ਜਨਵਰੀ ਵੀ ਛੱਡ ਕੇ ਆ ਜਾਊਂਗਾ। ਤੁਸੀਂ ਆਪਣੀ 26 ਜਨਵਰੀ ਮਨਾਓ, ਅਸੀਂ ਆਪ ਦੀ ਮਨਾਵਾਂਗੇ। ਉਹਨੇ ਸਾਨੂੰ ਹਿੰਟ ਦਿੱਤਾ ਸੀ ਕਿ ਅਸੀਂ ਆਹ ਕਰਤੂਤਾਂ ਕਰਵਾਵਾਂਗੇ। ਸੋ ਜੇ ਅਜਿਹੀ ਪ੍ਰਪੋਜ਼ਲ ਫੇਰ ਆਉਂਦੀ ਹੈ ਤਾਂ ਅਸੀਂ ਜ਼ਰੂਰ ਬੈਠ ਕੇ ਉਹਦੇ ਤੇ ਵਿਚਾਰ ਕਰਾਂਗੇ। ਜਾਣਾ ਜਾਂ ਨਾ ਜਾਣਾ ਜਦੋਂ ਸੱਦਾ ਆਊਗਾ ਫਿਰ ਉਦੋਂ ਦੇਖਾਂਗੇ ਅਸੀਂ ਉਹ ਤੇ ਫੈਸਲਾ। ਦੇਖੋ, ਅੰਦੋਲਨ ਖਤਮ ਕਰਨਾ ਚਾਹੁੰਦੇ ਆ, 3 ਕਾਨੂੰਨ ਰੱਦ ਕਰ ਦੇਣਾ, MSP ਬਣਾ ਦੇਣਾ, ਅਸੀਂ ਦੂਜੇ ਦਿਨ ਕਰ ਦਿਆਂਗੇ। ਅਸੀਂ ਜ਼ਰੂਰ ਸੜਕਾਂ ਤੇ ਰੋਲਣਾ। ਇੱਥੇ ਬੈਠੇ ਆ, ਘਰ-ਬਾਰ ਛੱਡੀ 3 ਮਹੀਨੇ ਹੋ ਗਏ ਸਾਨੂੰ। ਕੋਈ ਸਾਡੇ ਕੋਲੇ ਅਜੇ ਤੱਕ ਕੋਈ ਮੈਸੇਜ ਕਿਸੇ ਨੁਮਾਇੰਦੇ ਕੋਲੇ ਨਹੀਂ ਆਇਆ, ਨਾ ਪ੍ਰਧਾਨ ਮੰਤਰੀ ਦਾ, ਨਾ ਖੇਤੀ ਮੰਤਰੀ ਦਾ। ਪਹਿਲਾਂ ਇਹ ਜਿਹੜਾ ਖੇਤੀਬਾੜੀ ਐਗਰੀਕਲਚਰ ਸੈਕਟਰੀ ਹੈ ਉਹਦਾ ਆਉਂਦਾ ਹੁੰਦਾ, ਕਿਸੇ ਦਾ ਕੋਈ ਨਹੀਂ ਆਇਆ ਸਾਡੇ। ਮਤਲਬ ਤੁਸੀਂ ਪਹਿਲ ਨਹੀਂ ਕਰੋਗੇ? ਅਸੀਂ ਪਹਿਲ ਨਹੀਂ ਕਰਾਂਗੇ। ਅਸੀਂ ਜਦ ਤੱਕ ਆ ਮਾਹੌਲ ਨਹੀਂ ਠੀਕ ਹੁੰਦਾ ਕੋਈ ਪਹਿਲ ਕਦਮੀ ਨਹੀਂ ਕਰਾਂਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਵ ਪਾਰਟੀ ਮੀਟਿੰਗ ਬੁਲਾਈ ਗਈ ਹੈ। ਭਾਵ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਗਿਆ ਹੈ। ਭਾਵ ਕਿਸਾਨੀ ਅੰਦੋਲਨ ਦੇ ਲਈ ਹੁਣ ਖਾਸ ਤੌਰ ਦੇ ਉੱਤੇ ਸਿਆਸਤ ਆਪਣੇ ਨਵੇਂ ਪੈਂਤੜੇ ਲੱਭ ਸਕਦੀ ਹੈ ਤੇ ਖਾਸ ਤੌਰ ਦੇ ਉੱਤੇ ਸਾਰੀਆਂ ਸਿਆਸੀ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਕਜੁੱਟ ਹੋ ਸਕਦੀਆਂ ਨੇ। ਇਸ ਦੇ ਉੱਤੇ ਅਕਾਲੀ ਦਲ ਦਾ ਕੀ ਪ੍ਰਤੀਕਰਮਾ, ਉਹ ਬੋਲਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ। ਸੁਣਦੇ ਹਾਂ ਕੀ ਕੁਝ ਖਾਸ ਹੈ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਬ ਪਾਰਟੀ ਮੀਟਿੰਗ ਸੱਦਣਾ ਸਵਾਗਤਯੋਗ ਕਦਮ ਆ, ਪਰ ਬਹੁਤ ਦੇਰ ਨਾਲ ਚੁੱਕਿਆ ਕਦਮ ਆ। ਮੈਂ ਸਮਝਦਾ ਕਿ ਜਿਸ ਤਰ੍ਹਾਂ ਅੱਜ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਰਾ ਦੇਸ਼ ਇਕਜੁੱਟ ਹੋਇਆ, ਖਾਸ ਤੌਰ ਤੇ ਪੰਜਾਬੀਆਂ ਨੂੰ ਇਕਜੁੱਟਤਾ, ਇੱਕ ਮੁੱਠਤਾ, ਇੱਕ ਆਵਾਜ਼ ਬਣਾਉਣ ਦੀ ਲੰਮੇ ਸਮੇਂ ਤੋਂ ਲੋੜ ਸੀ। ਔਰ ਅੱਜ ਜਿਸ ਤਰ੍ਹਾਂ ਰਾਜਸੀ ਖੇਤਰ ਦੇ ਵਿੱਚ ਵਿਚਰਨ ਵਾਲੀਆਂ ਪਾਰਟੀਆਂ ਇੱਕ ਦੂਜੇ ਤੇ ਚਿੱਕੜੋਛਾਲੀ ਕਰਦੀਆਂ ਨੇ, ਇਹ ਬੰਦ ਕਰਕੇ, ਇੱਕ ਦੂਜੇ ਤੇ ਦੂਸ਼ਣਬਾਜ਼ੀ ਬੰਦ ਕਰਕੇ ਇੱਕ ਆਵਾਜ਼ ਨਾਲ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀ ਲੋੜ ਆ। ਪੰਜਾਬੀਆਂ ਦਾ ਏਕਾ ਤੇ ਪੰਜਾਬੀਆਂ ਦੀ ਇੱਕ ਸੁਰਤਾ ਹੀ ਕਿਸਾਨ ਸੰਘਰਸ਼ ਨੂੰ ਹੋਰ ਹੁਲਾਰਾ ਦੇ ਸਕਦੀ ਆ। ਔਰ ਮੈਂ ਸਮਝਦਾ ਕਿ ਇਹ ਸਰਬ ਪਾਰਟੀ ਮੀਟਿੰਗ ਨੂੰ ਹੋਰ ਅਸਰਦਾਇਕ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਪਹਿਲਾਂ ਵੀ 2 ਵਾਰ ਅਪੀਲ ਕਰ ਚੁੱਕੇ ਸੀ ਕਿ ਜਿਹੜੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨੇ ਉਹਨਾਂ ਨੂੰ ਘੱਟੋ-ਘੱਟ 6 ਮਹੀਨੇ ਅੱਗੇ ਪਾ ਦੇਣਾ ਚਾਹੀਦਾ। ਅੱਜ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਨਹੀਂ ਹੈ। ਅੱਜ ਲੋਕਾਂ ਦਾ ਧਿਆਨ ਕਿਸਾਨੀ ਸੰਘਰਸ਼ ਵੱਲ ਆ। ਅੱਜ ਪਿੰਡ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰ ਘਰ ਦੇ ਵਿੱਚ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਲੋਕ ਅਰਦਾਸਾਂ ਕਰਦੇ ਨੇ। ਲੋਕਾਂ ਨੂੰ ਚਿੰਤਾ ਹੈ ਤੇ ਲੋਕਾਂ ਦਾ ਧਿਆਨ ਲਾਂਭੇ ਕਰਨਾ ਸੰਘਰਸ਼ ਨੂੰ ਨੁਕਸਾਨ ਤੇ ਢਾਹ ਲਾਉਣ ਵਾਲੀ ਗੱਲ ਹੋਏਗੀ। ਸਰਬ ਪਾਰਟੀ ਮੀਟਿੰਗ ਨੂੰ ਲੈ ਕੇ ਖਾਸ ਸਿਆਸੀ ਬਿਆਨ ਨੇ, ਉਹ ਵੀ ਸੁਣਾਂਗੇ। ਪਹਿਲਾਂ ਵੀ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਮੀਟਿੰਗ ਬੁਲਾ ਚੁੱਕੇ ਨੇ, ਚਾਹੇ ਉਹ ਪਾਣੀਆਂ ਦੇ ਮਾਮਲੇ ਦੀ ਗੱਲ ਹੋਵੇ, ਚਾਹੇ ਕਿਸਾਨ ਦੇ ਅੰਦੋਲਨ ਦੀ ਗੱਲ ਹੋਵੇ, ਪਰ ਲੇਕਿਨ ਹਰ ਵਾਰ ਜਿਹੜਾ ਰੈਜੂਲੇਸ਼ਨ ਪਾਸ ਹੁੰਦਾਗਾ ਉਸ ਮੀਟਿੰਗ ਦੇ ਵਿੱਚ
ਉਹਦੇ ਤੇ ਕਦੇ ਵੀ ਖਰੇ ਨਹੀਂ ਉਤਰੇ ਪੰਜਾਬ ਦੇ ਮੁੱਖ ਮੰਤਰੀ। ਕਦੇ ਵੀ ਜਿਹੜਾ ਹੈਗਾ ਉਸ ਜਿਹੜਾ ਰੈਜ਼ੋਲੂਸ਼ਨ ਅਡਾਪਟ ਹੁੰਦਾਗਾ ਜਾਂ ਜਿਹੜਾ ਏਜੰਡਾ ਪਾਸ ਹੁੰਦਾਗਾ ਉਹਦੇ ਤੇ ਕੈਪਟਨ ਸਾਹਿਬ ਕਦੇ ਨਹੀਂ ਖਰੇ ਉਤਰੇ। ਆਲ ਪਾਰਟੀ ਮੀਟਿੰਗ ਜਿਹਦੀ ਪਹਿਲਾਂ ਹੋਈ ਸੀ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਉਸ ਮੀਟਿੰਗ ਦੇ ਵਿੱਚ ਕਿਹਾ ਸੀਗਾ, ਇਹ ਗੱਲ ਅਡਾਪਟ ਕੀਤੀ ਸੀਗੀ ਕਿ ਮੈਂ ਜਿਹੜਾ ਹੈਗਾ ਆਲ ਪਾਰਟੀ ਮੀਟਿੰਗ ਦਾ ਇੱਕ ਵਫਦ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਊਂਗਾ ਔਰ ਕਿਸਾਨਾਂ ਦੇ ਮਾਮਲਿਆਂ ਤੇ ਗੱਲ ਕਰਾਂਗੇ। ਪਰ ਲੇਕਿਨ ਨਿਕਲਿਆ ਕਿ ਅੱਜ ਤੱਕ ਨਾ ਖੁਦ ਗਏ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ, ਨਾ ਕੋਈ ਵਫਦ ਲੈ ਕੇ ਗਏ। ਕਿ ਹਰ ਵਾਰ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਰੇਕ ਕੀਤੇ ਹੋਏ ਵਾਅਦੇ ਤੋਂ ਲਗਾਤਾਰ ਮੁੱਕਰਦੇ ਨੇ। ਚਾਹੇ ਆਮ ਲੋਕਾਂ ਨਾਲ ਵਾਅਦੇ ਨੇ ਉੱਥੋਂ ਮੁੱਕਰੇ ਨੇ, ਪਰ ਜਿਹੜੇ ਆਲ ਪਾਰਟੀ ਦੇ ਵਿੱਚ ਜਿੰਨੇ ਵਾਅਦੇ ਕੀਤੇ ਨੇ ਕੈਪਟਨ ਸਾਹਿਬ ਹਰੇਕ ਵਾਅਦੇ ਤੋਂ ਮੁੱਕਰਦੇ ਨੇ, ਵਾਅਦਾ ਖਿਲਾਫੀ ਕਰਦੇ ਨੇ। ਕਿ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਬੜਾ ਕਮਜ਼ੋਰ ਆ। ਉਹ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਫਾਰਮਰ ਦੀ ਗੱਲ ਜਿਹੜੀ ਆ, ਪੰਜਾਬ ਦੇ ਕਿਸਾਨਾਂ ਦੀ ਗੱਲ, ਪੰਜਾਬ ਦੇ ਖੇਤ ਮਜ਼ਦੂਰਾਂ ਦੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਨਹੀਂ ਲੈ ਕੇ ਜਾਂਦਾਗਾ। ਹਰ ਵਾਰ ਜਿਹੜਾ ਹੈਗਾ ਪੰਜਾਬ 'ਚ ਰਹਿ ਕੇ ਡਰਾਮੇ ਕਰਦਾਗਾ। ਹਰ ਵਾਰ ਜਿਹੜਾ ਹੈਗਾ ਪੰਜਾਬ ਵਿੱਚ ਬੈਠ ਕੇ ਆਪਦੇ ਫਾਰਮ ਹਾਊਸ ਤੇ ਬੈਠ ਕੇ ਜਿਹੜਾ ਹੈਗਾ ਸਟੇਟਮੈਂਟਾਂ ਜਾਰੀ ਕਰਦਾ ਰਹਿੰਦਾਗਾ। ਪਰ ਲੇਕਿਨ ਕਦੇ ਵੀ ਕਿਸੇ ਮਾਮਲੇ ਤੇ ਉਹ ਪੰਜਾਬ ਦੇ ਲੋਕਾਂ ਨਾਲ ਖਰਾ ਨਹੀਂ ਉਤਰਿਆ। ਉਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਗੱਲ ਨੂੰ ਵੀ ਜ਼ਾਹਰ ਕੀਤਾ ਗਿਆ ਹੈ ਕਿ ਜਿਨ੍ਹਾਂ ਪੱਤਰਕਾਰਾਂ ਦੇ ਉੱਤੇ ਜਾਂ ਜੋ ਨੌਜਵਾਨ 26 ਤਰੀਕ ਨੂੰ ਲਾਪਤਾ ਹੋਏ ਨੇ ਉਹਨਾਂ ਦੇ ਲਈ ਇੱਕ ਖਾਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਉਸ ਕਮੇਟੀ ਦੇ ਵਿੱਚ ਹਰ ਤਰ੍ਹਾਂ ਦੇ ਪਹਿਲੂਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ। ਅਸੀਂ ਇਹ ਫੈਸਲਾ ਹੀ ਕੀਤਾ ਕਿ ਇਸ ਅੰਦੋਲਨ ਦੇ ਵਿੱਚ ਕੋਈ ਪੱਤਰਕਾਰ ਹੋਵੇ, ਕੋਈ ਕਿਸਾਨ ਹੋਵੇ, ਕੋਈ ਮਜ਼ਦੂਰ ਹੋਵੇ, ਕੋਈ ਮੁਲਾਜ਼ਮ ਹੋਵੇ, ਜਿਹੜਾ ਵੀ ਅੰਦਰ ਜਾਊਗਾ ਉਹਦੀ ਅਸੀਂ ਪੂਰੀ ਪੈਰਵਾਈ ਕਰਾਂਗੇ। ਅਸੀਂ ਵਕੀਲਾਂ ਨਾਲ ਗੱਲ ਕਰ ਲਈ, ਲੀਗਲ ਕਮੇਟੀ ਬਣਾ ਲਈ ਹੈ। ਫਿਕਰ ਨਾ ਕਰੋ, ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ। ਅਸੀਂ ਅੱਜ ਇੱਕ ਕਮੇਟੀ ਬਣਾਈ ਹੈ ਬਕਾਇਦਾ ਸਾਰੀ ਪੜਤਾਲ ਕਰਨ ਦੇ ਲਈ। 1-2 ਦਿਨਾਂ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਪੜਤਾਲ ਕਰ ਲਾਂਗੇ। ਉਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਦੱਸ ਦਾਂਗੇ ਕਿ ਉਸ ਤੋਂ ਬਾਅਦ ਫੋਨ ਨੰਬਰ ਅਸੀਂ ਜਾਰੀ ਕੀਤੇ ਆ, ਆਈਡੀਆ ਬਣਾਈ ਹੈ, ਉਹ ਹੀ ਅਸੀਂ ਸਾਰੀ ਘਰ ਘਰ ਤੱਕ ਜਾਊਗੀ ਤਾਂ ਕਿ ਸਾਡੇ ਤੱਕ ਉਹਨਾਂ ਦਾ ਸੰਪਰਕ ਹੋ ਸਕੇ। ਉਧਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੱਡੇ ਸਿਆਸੀ ਇਲਜ਼ਾਮ ਲਗਾਏ ਜਾ ਰਹੇ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਨਾਲ ਨਹੀਂ ਖੜੇ। ਉਧਰ ਪੰਜਾਬ ਦੇ ਸਹਿ ਪ੍ਰਭਾਰੀ ਲਗਾਏ ਗਏ ਰਾਘਵ ਚੱਡਾ ਦੇ ਵੱਲੋਂ ਵੀ ਇੱਕ ਚਿੱਠੀ ਲਿਖੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਕਿਸਾਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਪੰਜਾਬ ਸਰਕਾਰ ਦੇ ਵੱਲੋਂ, ਤਾਂ ਜੋ ਪੰਜਾਬ ਦੇ ਕਿਸਾਨ ਉੱਥੇ ਬੈਠੇ ਮਹਿਫੂਜ਼ ਹੋਣ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਸਾਰ ਹੀ ਨਹੀਂ ਲਈ। ਦੋਸਤੋ, ਪਿਛਲੇ 3-4 ਦਿਨ ਤੋਂ ਬਹੁਤ ਸਾਰੇ ਸਾਨੂੰ ਫੋਨ ਆ ਰਹੇ ਨੇ ਪੰਜਾਬ ਤੋਂ, ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਉਹਨਾਂ ਦਾ ਕੋਈ ਬੇਟਾ ਜਿਹੜਾ ਉਹ 26 ਜਨਵਰੀ ਵਾਲੇ ਮਾਰਚ ਦੇ ਵਿੱਚ ਗਿਆ ਸੀ ਕਿਸਾਨ ਅੰਦੋਲਨ ਵਾਲੇ 'ਚ ਦਿੱਲੀ, ਪਰ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਨਾ ਹੀ ਉਹਨੇ ਫੋਨ ਕੀਤਾ ਘਰੇ ਤੇ ਨਾ ਹੀ ਘਰਦਿਆਂ ਦਾ ਕੋਈ ਫੋਨ ਮਿਲਦਾ ਤਾਂ ਉਹ ਬਹੁਤ ਚਿੰਤਾ ਦੇ ਵਿੱਚ ਨੇ ਪਰਿਵਾਰ। ਅਸੀਂ ਜਿਹੜੀ ਹੈ ਕੋਸ਼ਿਸ਼ ਕਰਕੇ 4-5 ਮੁੰਡਿਆਂ ਨੂੰ ਲੱਭ ਕੇ ਉਹਨਾਂ ਦਾ ਸੰਪਰਕ ਵੀ ਕਰਵਾਇਆ ਤੇ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਿਹਾ ਸੀ ਕਿਸਾਨਾਂ ਨੂੰ ਕਿ ਜਾਓ ਦਿੱਲੀ, ਉੱਥੇ ਜਾ ਕੇ ਧਰਨਾ ਲਾਓ, ਮੈਂ ਤੁਹਾਡਾ ਸਾਥ ਦੇਵਾਂਗਾ, ਤੇ ਹੁਣ ਤੁਸੀਂ ਸਾਥ ਕਿਉਂ ਨਹੀਂ ਦੇ ਰਹੇ? ਲੋਕਾਂ ਦੇ ਧੀਆਂ ਪੁੱਤ ਜਿਹੜੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗਾਇਬ ਨੇ, ਪਤਾ ਨਹੀਂ ਕਿੱਥੇ ਲੈ ਗਈ ਪੁਲਿਸ ਉਹਨਾਂ ਨੂੰ ਚੱਕ ਕੇ ਉਸ ਦਿਨ 26 ਜਨਵਰੀ ਵਾਲੇ ਦਿਨ, 26 ਦੀ ਰਾਤ ਨੂੰ, 27 ਦੀ ਰਾਤ ਨੂੰ। ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਦੁਖੀ ਨੇ ਇਸ ਗੱਲ ਤੋਂ ਕਿ ਸਾਨੂੰ ਸੰਪਰਕ ਕਿਉਂ ਨਹੀਂ ਹੋ ਰਿਹਾ ਸਾਡਾ ਉਹਨਾਂ ਦੇ ਆਪਦੇ ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ, ਮਿੱਤਰਾਂ ਨਾਲ ਜਾਂ ਆਪਦੇ ਪਰਿਵਾਰ ਦੇ ਮੈਂਬਰਾਂ ਨਾਲ। ਤੇ ਤੁਸੀਂ ਘਰੇ ਬੈਠੇ ਹੋ, ਫਾਰਮ ਹਾਊਸ ਤੇ ਬੈਠੇ ਬਿਆਨ ਦਿੰਦੇ ਹੋ। 26 ਜਨਵਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਜਗ੍ਹਾਵਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਜਿਸ ਦੇ ਵਿੱਚ ਸੀ ਕਿ ਪੰਜਾਬ ਦੇ ਕਈ ਅਜਿਹੇ ਕਿਸਾਨ ਨੌਜਵਾਨ ਨੇ ਜੋ ਲਗਾਤਾਰ ਲਾਪਤਾ ਦੱਸੇ ਜਾ ਰਹੇ ਨੇ। ਉਹਨਾਂ ਕਿਸਾਨ ਨੌਜਵਾਨਾਂ ਦੇ ਪਤਾ ਕਰਨ ਦੇ ਲਈ ਤਿਹਾੜ ਜੇਲ੍ਹ ਦੇ ਵਿੱਚ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਇੱਥੇ ਹੀ ਉਹ ਸਿੰਘੂ ਬਾਰਡਰ ਦੇ ਉੱਤੇ ਹੋਈ ਘਟਨਾ ਦੇ ਦਰਮਿਆਨ ਜਿਸ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਉਸ ਨੌਜਵਾਨ ਰਣਜੀਤ ਸਿੰਘ ਨੂੰ ਵੀ ਮਿਲ ਕੇ ਆਏ ਨੇ ਮਨਜਿੰਦਰ ਸਿਰਸਾ ਦਾ ਇਸ ਮੌਕੇ ਦੇ ਉੱਤੇ ਕਹਿਣਾ ਸੀ ਕਿ ਸਾਰੇ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਇਹਨਾਂ ਨੂੰ ਬਾਹਰ ਕਢਵਾਉਣ ਦੇ ਲਈ ਹਰ ਤਰ੍ਹਾਂ ਦੀ ਲੀਗਲ ਸਹਾਇਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਦਿੱਤੀ ਜਾਏਗੀ। ਅਸੀਂ ਹੁਣੇ ਸਾਰੇ ਤਿਹਾੜ ਜੇਲ੍ਹ ਪਹੁੰਚੇ ਹਾਂ। ਮੇਰੇ ਨਾਲ ਸਰਦਾਰ ਰਣਜੀਤ ਸਿੰਘ ਜੀ ਕਾਲਕਾ, ਸਰਦਾਰ ਵਿਕਰਮ ਸਿੰਘ ਜੀ ਰੋਹਿਣੀ, ਸਰਦਾਰ ਆਪਕਾ ਸਿੰਘ ਜਵਾਨਾ, ਸਰਦਾਰ ਵਿਕਰਮ ਸਿੰਘ ਜੀ ਸਵੀਟਾ ਜੀ, ਅਸੀਂ ਸਾਰੇ ਪਹੁੰਚੇ ਹਾਂ। ਖਾਸ ਤੌਰ ਤੇ ਜਿਹੜੇ ਅੱਜ ਸਾਰੇ ਸਾਡੇ ਤਿਹਾੜ ਜੇਲ੍ਹ ਦੇ ਅੰਦਰ ਨੌਜਵਾਨਾਂ ਨੂੰ ਪੇਸ਼ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਣਜੀਤ ਸਿੰਘ ਜਿਹਦੇ ਕਰਕੇ ਸਾਰਿਆਂ ਚਿੰਤਾ ਸੀ, ਕੱਲ੍ਹ ਤੁਸੀਂ ਦੇਖਿਆ ਸੀ ਜਿਸ ਤਰੀਕੇ ਉਹਨਾਂ ਤਸ਼ੱਦਦ ਢਾਈ ਗਈ, ਉਹਦਾ ਕੇਸ ਤੇ ਅਸੀਂ ਲੜ ਹੀ ਰਹੇ ਹਾਂ, ਪਰ ਅਸੀਂ ਹੁਣ ਇਹਨੂੰ ਮਿਲ ਕੇ ਨਿਕਲੇ ਹਾਂ।
क्योंकि परिवार ਨੂੰ चिंता है, लोगों ਨੂੰ चिंता है। मैं भैया बड़ी जरूरी है, तुहानू वीडियो पा रहा है, मैं सारी संगत ਨੂੰ बेनती करूँगा इस वीडियो ਨੂੰ जगह तो फैलाओ ताकि लोगों ਨੂੰ पता लग सके। रणजीत सिंह पूरी चढ़ती कला के अंदर, कोई दिक्कत नहीं, ਉਹਦੇ अंदर पूरे हौसले अंदर सानू मिलिया है। ਉਹਨੇ कहा मेरे परिवार को मेरी फतेह बनाए हो जे और मेरे परिवार को कहो जे बिल्कुल मैंने कोई दिक्कत नहीं, मैं बिल्कुल ठीक है। और असीं आप ਨੂੰ मिल के, मैं और हरमीत जी अंदर जाके उन्होंने मिल के आए हैं, बिल्कुल ठीक ठाक है। और मैं सारी संगत को बेनती करता, जो चिंता कर रहे थे बिल्कुल निश्चित हो जाओ। दिल्ली से गुरुद्वारा मैनेजमेंट कमेटी कल तो इन्होंने केस भी लड़ूगी और ये यकीनी बनाऊगी कि ये किसी तरीके इन्होंने छेती छेती जमानत कराई जाए। ਰਕੇਸ਼ ਟਕੈਤ ਦੇ ਅਥਰੂਆਂ ਦੇ ਨਾਲ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਮੋੜਾ ਪਿਆ ਹੈ, ਉਸ ਮੋੜੇ ਤੋਂ ਬਾਅਦ ਹਰ ਪਾਸੇ ਰਕੇਸ਼ ਟਕੈਤ ਦੇ ਲਈ ਸਨਮਾਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਡਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਮਿਲਣ ਦੇ ਲਈ ਵੀ ਕਿਸਾਨ ਆਗੂ ਉੱਥੇ ਪਹੁੰਚੇ ਸੀ, ਜਿਸ ਦੇ ਵਿੱਚ ਬਲਦੇਵ ਸਿੰਘ ਸਿਰਸਾ ਵੀ ਨਜ਼ਰ ਆਏ ਸੀ। ਉਸ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਵੀ ਅੱਗੇ ਆਈਆਂ ਨੇ, ਜਿਸ ਦੇ ਵਿੱਚ ਸੁਖਵੀਰ ਬਾਦਲ ਹੋਵੇ, ਸਿਮਰਜੀਤ ਬੈਂਸ ਹੋਵੇ, ਇਹਨਾਂ ਦੇ ਵੱਲੋਂ ਵੱਖੋ-ਵੱਖਰੇ ਐਲਾਨ ਕੀਤੇ ਗਏ ਨੇ। ਇਸ ਦੇ ਵਿੱਚ ਸਿਮਰਜੀਤ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਇੱਕ ਸੋਨੇ ਦੀ ਕਹੀ ਰਕੇਸ਼ ਟਕੈਤ ਨੂੰ ਸਨਮਾਨ ਦੇ ਵਜੋਂ ਪੇਸ਼ ਕਰਾਂਗੇ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਸੋਨੇ ਦੀ ਕਹੀ ਦੇ ਲਈ ਸੋਨਾ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਇਕੱਠਾ ਕਰਾਂਗੇ, ਜਿਸ ਮੁਹਿੰਮ ਦੀ ਸ਼ੁਰੂਆਤ ਵੀ ਉਹਨਾਂ ਦੇ ਵੱਲੋਂ ਖੁਦ ਆਪ ਸੋਨਾ ਇਕੱਠਾ ਕਰਕੇ ਕੀਤੀ ਗਈ ਹੈ। ਜਿਹੜੇ ਪਾਸੇ ਯੂਪੀ ਸਾਈਡ ਟਕੈਤ ਸਾਹਿਬ ਬੈਠੇ ਸੀਗੇ, ਉੱਥੇ ਕੇਂਦਰ ਤੇ ਯੂਪੀ ਸਰਕਾਰ ਦੀ ਪੁਲਿਸ, ਕੇਂਦਰ ਦੀ ਦਿੱਲੀ ਪੁਲਿਸ ਉੱਥੇ ਇੰਨਾ ਤਸ਼ੱਦਦ ਕਰ ਰਹੀ ਸੀ, ਆਉਣ ਲੱਗਦਾ ਸੀ ਕਿ ਟਕੈਤ ਸਾਹਿਬ ਵਾਲਾ ਮੋਰਚਾ ਕਿਤੇ ਉੱਠ ਨਾ ਜਾਵੇ। ਜੇ ਟਕੈਤ ਸਾਹਿਬ ਦਾ ਮੋਰਚਾ ਉੱਠ ਗਿਆ ਤੇ ਅੰਦੋਲਨ ਕਮਜ਼ੋਰ ਹੋਣਾ ਸੀ। ਮਹਿਸੂਸ ਹੋਣ ਲੱਗ ਗਿਆ ਸੀ ਕਿ ਟਕੈਤ ਸਾਹਿਬ ਦੇ ਉੱਤੇ ਜਿੰਨਾ ਯੂਪੀ ਤੇ ਕੇਂਦਰ ਦੀ ਸਰਕਾਰ ਦਾ ਤਸ਼ੱਦਦ ਆ, ਦਬਾਅ ਆ, ਕਿਤੇ ਉਹ ਦਬਾਅ ਦੇ ਵਿੱਚ ਆ ਕੇ ਵਿਡਰਾਅ ਦਾ ਫੈਸਲਾ ਨਾ ਕਰ ਲੈਣ, ਉੱਥੋਂ ਚਲੇ ਨਾ ਜਾਣ ਆਪਣੇ ਕਿਸਾਨਾਂ ਨੂੰ ਲੈ ਕੇ। ਪਰ ਉਹਨਾਂ ਦੀ ਦਲੇਰੀ ਨੂੰ ਸਲਾਮ ਹੈ, ਉਹ ਝੁਕੇ ਨਹੀਂ। ਅਸੀਂ ਫੈਸਲਾ ਲਿਆ ਸੀ ਕਿ ਲੋਕ ਇਨਸਾਫ ਪਾਰਟੀ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਆਪਣੀ ਸਮਰੱਥਾ ਅਨੁਸਾਰ ਆਪਣਾ ਗਹਿਣਾ, ਚਾਹੇ ਉਹ ਹਲਕਾ ਤੇ ਚਾਹੇ ਭਾਰਾ, ਗਹਿਣੇ ਦਾ ਮਤਲਬ ਆ ਬੰਦੇ ਨੂੰ ਸੋਨੇ ਦਾ ਗਹਿਣਾ ਬੜਾ ਪਿਆਰਾ ਹੁੰਦਾ ਹੈ। ਸਾਨੂੰ ਆਪਣੇ ਗਹਿਣਿਆਂ ਨਾਲੋਂ ਪਿਆਰੀ ਸ਼ਖਸੀਅਤ ਤੇ ਦਲੇਰੀ ਟਕੈਤ ਸਾਹਿਬ ਦੀ ਹੈ। ਇਹ ਪੜ੍ਹ ਲਿਆ ਸੀ ਕਿ ਅਸੀਂ ਉਹਨਾਂ ਨੂੰ ਇੱਕ ਸੋਨੇ ਦੀ ਕਈ ਦੇ ਕੇ ਸਨਮਾਨ ਦੇ ਕੇ ਆਉਣਾ। ਉਧਰ ਸੁਖਵੀਰ ਬਾਦਲ ਵੀ ਰਕੇਸ਼ ਟਕੈਤ ਨੂੰ ਮਿਲਣ ਦੇ ਲਈ ਗਾਜ਼ੀਪੁਰ ਬਾਰਡਰ ਦੇ ਉੱਤੇ ਪਹੁੰਚੇ, ਜਿੱਥੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਲੈ ਕੇ ਉਸ ਦੇ ਲਈ ਪਹੁੰਚੇ, ਜਿੱਥੇ ਉਹਨਾਂ ਦਾ ਕਹਿਣਾ ਸੀ ਕਿ ਰਕੇਸ਼ ਟਕੈਤ ਦੀ ਵੱਡੀ ਬਹਾਦਰੀ ਰਹੀ ਹੈ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਸ ਕਿਸਾਨੀ ਅੰਦੋਲਨ ਨੂੰ ਜਿਉਂਦਾ ਕੀਤਾ। ਕੀ ਕੁਝ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ, ਉਹ ਸੁਣਦੇ। आज समूचे देश के किसानों के तरफ से मैं बधाई देने आया था राकेश टकैत जी को, जिन्होंने ये किसानों की लड़ाई लड़ी है और सारे किसान आभारी हैं उनके कि जैसे वो लड़ाई लड़ रहे हैं। मेरे पिता साहब प्रकाश सिंह बादल और इनके पिता चौधरी महेंद्र सिंह टकैत के साथ मोटा सा मोटा लगाकर वो साथ में उन्होंने किसानों की लड़ाई लड़ी। सो हम समूची पार्टी के प्रधान, श्रोमणी अकाली दल के प्रधान होने के नाते हम यहाँ आए हैं उनको बधाई देने के लिए, उनके पूरा सहयोग देने के लिए, और हमारी पार्टी और सारे किसान उनके साथ हैं। उधर गुरुद्वारा श्री बंगला साहिब ਦੇ ਵਿੱਚ ਵੱਡੀ ਆਧੁਨਿਕ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸਦੀ ਕਿ ਇਸ ਆਧੁਨਿਕ ਰਸੋਈ ਦੇ ਵਿੱਚ ਹਰ ਕਿਸਮ ਦਾ ਪ੍ਰਬੰਧ ਕੀਤਾ ਗਿਆ। ਇਹ ਰਸੋਈ ਕਾਫੀ ਵੱਡੀ ਹੈ ਤੇ ਇਸ ਦੇ ਵਿੱਚ ਹਰ ਤਰ੍ਹਾਂ ਦੀ ਮਸ਼ੀਨ ਆਪਣੇ ਪੱਧਰ ਦੇ ਉੱਤੇ ਲੰਗਰ ਤਿਆਰ ਕਰਨ ਦਾ ਕੰਮ ਕਰੇਗੀ। ਦੱਸਦੀ ਕਿ ਇਸ ਰਸੋਈ ਦੇ ਵਿੱਚ ਹਰ ਤਰ੍ਹਾਂ ਦੇ ਪਕਵਾਨ ਨੂੰ ਤਿਆਰ ਕਰਨ ਦੇ ਲਈ ਮਸ਼ੀਨਾਂ ਨੇ, ਆਟਾ ਗੁੰਨਣ ਤੋਂ ਲੈ ਕੇ ਪ੍ਰਸ਼ਾਦੇ ਤਿਆਰ ਕਰਨ ਦੇ ਤੱਕ ਹਰ ਕੰਮ ਮਸ਼ੀਨ ਦੇ ਵੱਲੋਂ ਕੀਤਾ ਜਾਣਾ ਹੈ। ਸਲਾਦ ਕੱਟਣ ਤੋਂ ਲੈ ਕੇ ਭਾਂਡੇ ਧੋਣ ਤੱਕ ਦਾ ਕੰਮ ਵੀ ਮਸ਼ੀਨਾਂ ਦੇ ਦੁਆਰਾ ਹੀ ਕਰਾਇਆ ਜਾਏਗਾ। ਦੱਸਦੀ ਕਿ ਇਸ ਆਧੁਨਿਕ ਰਸੋਈ ਦੇ ਵਿੱਚ ਪੂਰੇ ਤੌਰ ਦੇ ਉੱਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਧਿਆਨ ਰੱਖਿਆ ਗਿਆ ਹੈ ਤੇ ਸੇਵਾ ਕਰਨ ਵਾਲੇ ਹਰ ਇੱਕ ਵਿਅਕਤੀ ਦੀ ਸੂਝ-ਬੂਝ ਦੇ ਨਾਲ ਇਸ ਰਸੋਈ ਨੂੰ ਚਲਾਇਆ ਜਾਵੇਗਾ। ਦੱਸਦੀ ਕਿ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਦੇ ਉੱਤੇ ਕਿਹਾ ਹੈ ਕਿ ਹੋਰ ਵੱਡੀ ਰਸੋਈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚ ਵੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਉਸ ਰਸੋਈ ਦੀ ਆਰੰਭਤਾ ਅਗਲੇ ਮਹੀਨੇ ਤੋਂ ਕਰ ਦਿੱਤੀ ਜਾਵੇਗੀ। ਇਹਨਾਂ ਤੇ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ
ਕੋਟਾਨ-ਕੋਟ ਸ਼ੁਕਰਾਨਾ ਗੁਰੂ ਸਾਹਿਬ ਦੇ ਚਰਨਾਂ ਦੀ ਰਹਿਮਤ ਔਰ ਬਖਸ਼ਿਸ਼ ਸਦਕੇ ਅੱਜ ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਆਪਣੇ ਦਾਸਾਂ ਸੇਵਕਾਂ ਤੋਂ ਲਿਆ। ਇਹ ਸਾਰੀ ਕਮੇਟੀ ਆਪਣੇ ਆਪ ਨੂੰ ਬਹੁਤ ਹੀ ਭਾਗਵਾਨ ਸਮਝਦੀ ਆ ਕਿ ਗੁਰੂ ਨੇ ਇਤਨਾ ਤਰਸ ਕੀਤਾ ਹੈ, ਇਤਨੀ ਰਹਿਮਤ ਔਰ ਬਖਸ਼ਿਸ਼ ਕਰਕੇ ਮਹਾਨ ਸੇਵਾ ਲੈਂਦੇ ਹੋਏ ਦੇਸ਼ ਔਰ ਦੁਨੀਆ ਦੀ ਸਭ ਤੋਂ ਅਤ ਆਧੁਨਿਕ ਕਿਚਨ ਜਿਹੜੀ ਫੁੱਲੀ ਆਟੋਮੈਟਿਕ, ਜਿਹਦੇ ਅੰਦਰ 60% એનર્ਜੀ ਸੇਵਿੰਗ ਆ, ਜਿਹਦੇ ਅੰਦਰ 60% ਟਾਈਮ ਸੇਵਿੰਗ ਆ। ਪਹਿਲੀ 에ਅਰ ਕੂਲਡ 에ਅਰ ਕੰਡੀਸ਼ਨ ਇਹ ਕਿਚਨ ਆ। ਇਸ ਕਿਚਨ ਦੇ ਅੰਦਰ ਸਬਜ਼ੀ ਕੱਟਣ ਤੋਂ ਲੈ ਕੇ, ਛਿੱਲਣ ਤੋਂ ਲੈ ਕੇ, ਬਣਾਉਣ ਤੋਂ ਲੈ ਕੇ ਔਰ ਪ੍ਰਸ਼ਾਦੇ ਬਣਾਉਣ ਤੋਂ ਲੈ ਕੇ, ਬਰਤਨ ਧੋਣ ਤੋਂ ਲੈ ਕੇ ਸਾਰਾ ਕੁਝ ਆਟੋਮੈਟਿਕ ਹੈ। ਔਰ ਇਹ ਇੱਕ ਐਸੀ ਕਿਚਨ ਆ ਜਿਹਦੀ ਕਪੈਸਿਟੀ, ਜਿਵੇਂ ਤੁਸੀਂ ਦੇਖਿਆ ਕੋਵਿਡ ਦੇ ਦੌਰਾਨ ਲੱਖ 2-2 ਲੱਖ ਲੋਕ ਸ਼ੰਕਰ ਛਕਦੇ ਸੀ। ਹੁਣ ਕਿਉਂਕਿ ਇਹ 60% ਟਾਈਮ ਕੰਜ਼ੰਪਸ਼ਨ ਇਹਦੀ ਬਚੀ ਆ ਤੇ ਇਹਦੀ ਕਪੈਸਿਟੀ ਆਟੋਮੈਟਿਕ 2.5 ਤੋਂ 3 ਗੁਣਾ ਹੋ ਗਈ ਆ। ਔਰ ਇਸ ਦੀ ਦੂਜੀ ਖੂਬੀ ਹੈ ਕਿ ਜਿੱਥੇ ਇਹ ਸਾਰੀ ਆਟੋਮੈਟਿਕ, ਉੱਥੇ ਮੈਨੂਅਲ ਵੀ, ਤਾਂ ਕਿ ਸੰਗਤਾਂ ਜਿਹੜੀਆਂ ਸਿਰੇ ਹੱਥੀਂ ਸੇਵਾ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਵਾਸਤੇ ਪ੍ਰਸ਼ਾਦੇ ਬਣਾਉਣ ਤੋਂ ਲੈ ਕੇ, ਪ੍ਰਸ਼ਾਦੇ ਵੇਲਣ ਤੋਂ ਲੈ ਕੇ, ਸਬਜ਼ੀ ਬਣਾਉਣ ਤੋਂ ਲੈ ਕੇ, ਬਰਤਨ ਧੋਣ ਤੋਂ ਲੈ ਕੇ ਉਹ ਵੀ ਨਾਲ ਇੰਤਜ਼ਾਮ ਕੀਤਾ ਗਿਆ ਹੈ। ਬੰਗਲਾ ਸਾਹਿਬ ਤੋਂ ਬਾਅਦ ਇਹੀ ਸੇਮ ਮਾਡਲ ਜੋ ਆ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਗਲੇ 1 ਮਹੀਨੇ ਦੇ ਅੰਦਰ ਤਿਆਰ ਹੋਊਗਾ। ਔਰ ਇਹ ਹੁਣ ਤੱਕ ਦੀ ਆਪਣੇ ਆਪ ਅੰਦਰ ਅਤ ਆਧੁਨਿਕ ਔਰ ਪਹਿਲੀ ਐਸੀ ਕਿਚਨ ਆ ਜਿਹਦਾ ਕੁਕਿੰਗ ਏਰੀਆ ਜਿਹੜਾ ਹੈ ਉਹ ਵੀ 에ਅਰ ਕੂਲਡ ਆ। ਉਧਰ ਰਾਜਕੁਮਾਰ ਵੇਰਕਾ ਦੇ ਵੱਲੋਂ ਵੀ ਸਿਆਸੀ ਤੌਰ ਦੇ ਉੱਤੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਮੌਕੇ ਦੇ ਉੱਤੇ ਰਾਜਕੁਮਾਰ ਵੇਰਕਾ ਨੇ ਭਾਜਪਾ ਨੂੰ ਹਰ ਇੱਕ ਕਿਸਾਨਾਂ ਦੀ ਗੱਲ ਮੰਨਣ ਦੇ ਲਈ ਕਿਹਾ ਹੈ ਤੇ ਨਾਲ ਹੀ ਉਹਨਾਂ ਆਮ ਆਦਮੀ ਪਾर्टी के उत्ते भी गंभीर इल्जाम लगाए ने। ये केंद्र का फेलुअर है और ये अपना फेलुअर दूसरे के ऊपर मढ़ना चाहती हैं। कभी किसी के ऊपर दोष, कभी किसी के ऊपर दोष, कभी पंजाब सरकार को कोसती। लेकिन हैरानगी इस बात की है कि 40 किसान यूनियन में से कोई भी एक भी यूनियन वहां पे नहीं गई और ये किसानों के ऊपर कार्रवाई करने की बजाय केंद्र सरकार को गंभीरता से जांच करनी होगी कि इसमें कौन कौन से लोगों का हाथ है। जिनका हाथ है उनके खिलाफ कार्रवाई होनी चाहिए। जो बेदोष किसान यूनियन है उनको डराने की कोशिश ना करें, किसान आंदोलन को दबाने की कोशिश ना करें। किसान की मांगे जायज है और ये खेती कानून वापस लेने चाहिए। किसानों का सम्मान करना चाहिए, उन्हें बेइज्जत नहीं करना चाहिए। ਤੇ ਹੁਣ ਸੁਣਦੇ ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਵਕੀਲਾਂ ਦੇ ਅਤੇ ਵੱਖ-ਵੱਖ ਸਿਆਸੀ ਬਿਆਨ। किसान संगठनों का जो कृषि के जो कानून बनाए गए भारत सरकार, उनके खिलाफ जो लगातार 2 महीने से अधिक आंदोलन चल रहा है, तो अब इस दूरी को माननीय प्रधानमंत्री जी को भी और किसान संगठनों को भी दूर करना चाहिए। अब इस दूरी के बीच में माननीय प्रधानमंत्री जी ने तो कहा एक फोन की कॉल की दूरी है, लेकिन इसमें अड़चन बीच में जो केस बनाए गए हैं विभिन्न किसान संगठनों के नेताओं पर और जो लोगों पे बनाए गए, दोषी लोगों की अलग बात है। जो दोषी हैं, जिनकी सीसीटीवी फुटेज है, वो चीज अलग है, लेकिन ये केस ऐसे लोगों पर भी लगे हैं, बनाए गए हैं जिनका कोई मतलब नहीं था। लाल किला घटना से भी नहीं मतलब था, ITO की घटना से भी नहीं मतलब था, जो अलग थे, दूर थे, अपने आंदोलन, अपने धरना प्रदर्शन स्थल पर थे, जो वहां थे भी नहीं। और इन चीजों की जांच होके तो सबसे पहली बात ये भी आनी चाहिए, यदि कोई भी वार्ता भारत सरकार और किसान संगठनों के बीच में होती है, तो कि जो किसान संगठन के नेताओं पर जो वार्ता में शामिल होते थे उन पर देशद्रोह जैसी संगीन धाराओं के केस लगाए गए हैं। तो ये भी एक सवाल पैदा होता, क्या देशद्रोहियों के साथ 12 दौर की वार्ता हुई? नहीं, बिल्कुल नहीं। तो क्या अब देशद्रोही है? नहीं, अब भी नहीं। तो ऐसी स्थिति में सबसे पहले ये जो केस लगाए गए हैं वो केस खत्म होने चाहिए। और यही नहीं, दिल्ली नहीं, जो अन्य प्रदेशों में, अन्य जगह इनके यहाँ केसों की शुरुआत हुई तो वहां भी लगाए गए, तो वो भी खत्म होने चाहिए इस वार्ता के प्रारंभ। उसके बाद सब एक साथ हैं किसान कानूनों के खिलाफ। ऐसी स्थिति में भारत सरकार को भी और किसान संगठन को भी खुले दिल से ये वार्ता करनी चाहिए। शांतिपूर्वक धरना प्रदर्शन यदि चल रहा है जैसा अब चल रहा है, बीच में उस दिन हुई जो असामाजिक तत्व थे वो एक अलग चीज थी, लेकिन जो शांतिपूर्वक धरना प्रदर्शन चल रहा है वो चल रहा है और वार्ता होनी चाहिए और वार्ता का अच्छा अवसर है। पंजाब इस वेले दे विच फिलहाल दे लिए इन्ना ही, फिर मुड़ हाजिर हुन्ने आ नवीं ते ताज़ा अपडेट्स दे नाल। तद तक लई मैनूं दिओ इजाजत। बहुत बहुत धन्नवाद।